सत श्री अकाल दोस्तों, मैं हाँ स्वर्ण सिंह टैणा। तुसीं देख रहे हो अजीत वैब टीवी। ਜਿਹੜੇ इस वक्त दिल्ली के ਬਾਰਡਰਾਂ ਦੇ ਉੱਤੇ बैठे हुए किसान आ ਉਹਨਾਂ ਨੂੰ ਲਗਭਗ ਪੌਣੇ 7 ਮਹੀਨੇ ਹੋ ਚੱਲੇ ਆ। 26 ਜੂਨ ਨੂੰ ਉਹਨਾਂ ਨੂੰ ਹੋ ਜਾਣੇ ਪੂਰੇ 7 ਮਹੀਨੇ। 26 ਨਵੰਬਰ ਨੂੰ ਜਾ ਕੇ ਦਿੱਲੀ ਦੇ ਵੱਖ-ਵੱਖ ਬਾਰਡਰਾਂ ਦੇ ਉੱਤੇ ਕਿਸਾਨ ਬੈਠੇ ਸੀ ਤੇ 26 ਜੂਨ ਨੂੰ ਉਹਨਾਂ ਨੂੰ 7 ਮਹੀਨੇ ਹੋ ਜਾਣੇ ਆ। ਇਹਨਾਂ 7 ਮਹੀਨਿਆਂ ਦੇ ਵਿੱਚ ਕਿਸਾਨਾਂ ਨੇ ਆਪਦੇ ਪਿੰਡੇ ਦੇ ਉੱਤੇ ਪੋਹ ਮਾਘ ਦੀ ਠਾਰੀ ਵੀ ਚੱਲੀ ਹੈ। ਇਹਨਾਂ 7 ਮਹੀਨਿਆਂ ਦੇ ਵਿੱਚ ਮਈ ਜੂਨ ਦੇ ਤਿੱਖੜ ਦੁਪਹਿਰ ਵੀ ਚੱਲੀ ਆ, ਚੱਲ ਵੀ ਰਹੇ ਆ। ਇਹਨਾਂ 7 ਮਹੀਨਿਆਂ ਦੇ ਵਿੱਚ ਮੀਂਹ ਹਨੇਰੀ ਝੱਖੜ ਝੁੱਲਾ ਤੂਫਾਨ ਬਹੁਤ ਕੁਝ ਆਪਦੇ ਪਿੰਡੇ ਦੇ ਉੱਤੇ ਹੰਡਾਇਆ, ਪਰ ਉਹਨਾਂ ਛੀਣੇ ਕਿਸਾਨਾਂ ਨੂੰ, ਉਹਨਾਂ ਮਜ਼ਦੂਰਾਂ ਨੂੰ ਲੱਖ ਵਾਰ ਸਲਾਮ ਕਰਨੀ ਬਣਦੀ ਹੈ ਜਿਹੜੇ ਡਟ ਕੇ ਉੱਥੇ ਬੈਠੇ ਹੋਏ ਆ ਤੇ ਇਹ ਗੱਲ ਕਹਿ ਰਹੇ ਆ ਸਾਡਾ ਕਿਸੇ ਨਾਲ ਹੋਰ ਰੌਲਾ ਨਹੀਂ, ਇੱਥੇ ਜਾਤ ਪਾਤ ਦੀ ਕੋਈ ਗੱਲ ਨਹੀਂ, ਇੱਥੇ ਕੋਈ ਵੱਡੇ ਛੋਟੇ ਦੀ ਗੱਲ ਨਹੀਂ, ਅਸੀਂ ਆਪਦੀਆਂ ਮੰਗਾਂ ਮਨਵਾਉਣ ਆਏ ਆ ਕਿਉਂਕਿ ਸਾਡਾ ਹੱਕ ਬਣਦਾ ਕਿ ਜੇਕਰ ਸਾਨੂੰ ਕੋਈ ਗੱਲ ਨਹੀਂ ਪਸੰਦ ਤਾਂ ਉਹਦੇ ਉੱਤੇ ਆਪਦੀ ਬੇਨਤੀ ਕਰਗੇ। ਅਸੀਂ ਉਹ ਸਰਕਾਰ ਦੇ ਫੈਸਲੇ ਨੂੰ ਪਲਟਾਉਣ ਦੀ ਸਮਰੱਥਾ ਰੱਖਦੇ ਹਾਂ, ਪਰ ਜੇਕਰ ਸਰਕਾਰ ਮੰਨੇ ਤਾਂ। ਇਸੇ ਦਰਮਿਆਨ ਪੰਜਾਬ ਦੇ ਵਿੱਚ ਬੀਜੇਪੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਲੜਾਈ ਛਿੜੀ ਆ, ਜੰਗ ਛਿੜੀ ਆ, ਆਪਾਂ ਇਹਦੇ ਬਾਰੇ ਵੀ ਜਾਣਦੇ ਹਾਂ। ਵੈਸੇ ਨਿਰਪੱਖ ਤੌਰ ਦੇ ਉੱਤੇ ਗੱਲ ਕਹਿਣੀ ਹੋਵੇ ਤਾਂ ਹਰਿਆਣੇ ਦੇ ਕਿਸਾਨ ਆ ਜਿਹੜੇ ਉਹ ਵੱਧ ਸਿਰੜ ਦੇ ਨਾਲ ਵੀ ਇਸ ਵਕਤ ਵਿਚਰ ਰਹੇ ਆ। ਹਾਲਾਂਕਿ ਪੰਜਾਬ ਦੇ ਕਿਸਾਨ ਆ ਜਿਹੜੇ ਉਹ ਵੀ ਸਿਰੜ ਦੇ ਪੱਖੋਂ ਘੱਟ ਨਹੀਂ, ਪਰ ਜਿਸ ਤਰੀਕੇ ਦੇ ਨਾਲ ਜਨ ਨਾਇਕ ਜਨਤਾ ਪਾਰਟੀ ਤੇ ਬੀਜੇਪੀ ਦੇ ਵਿਧਾਇਕਾਂ ਤੇ ਮੰਤਰੀਆਂ ਦਾ ਵੱਖ-ਵੱਖ ਥਾਵਾਂ ਦੇ ਉੱਤੇ ਘਿਰਾਓ ਹਰਿਆਣੇ ਵਿੱਚ ਹੋ ਰਿਹਾ, ਉਸ ਤੋਂ ਬਾਅਦ ਪੰਜਾਬ ਦੇ ਕਿਸਾਨ ਆ ਜਿਹੜੇ ਉਹ ਵੀ ਸਰਗਰਮ ਹੋਏ ਆ। ਲੰਘੇ ਕੁਛ ਦਿਨਾਂ ਤੋਂ ਜਿਸ ਤਰੀਕੇ ਦੇ ਨਾਲ ਸਰਗਰਮੀ ਵਧੀ ਹੈ, ਇਹਦੇ ਉੱਤੇ ਬੀਜੇਪੀ ਦੀ ਤਿੱਖੀ ਨਜ਼ਰ ਹੈਗੀ ਆ। ਹੁਣ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਕਿ ਬੀਜੇਪੀ ਦੇ ਵੱਲੋਂ ਪੰਜਾਬ ਦੇ ਸਿੱਖ ਚਿਹਰਿਆਂ ਨੂੰ ਆਪਣੇ ਪਾਲੇ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੰਘੇ ਕੱਲ੍ਹ ਜਿਸ ਤਰੀਕੇ ਦੇ ਨਾਲ 6 ਸਿੱਖ ਚਿਹਰੇ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ, ਉਸ ਤੋਂ ਬਾਅਦ ਇਹ ਤਾਂ ਨਹੀਂ ਆਪਾਂ ਕਹਿ ਸਕਦੇ ਵੀ ਬਹੁਤ ਕੋਈ ਕਮਾਲ ਹੋ ਜਾਣੀ ਆ ਜਾਂ ਇਹਨਾਂ 6 ਚਿਹਰਿਆਂ ਦੇ ਪਿੱਛੇ ਲੱਖ ਲੱਖ 2-2 ਲੱਖ 5-5 ਲੱਖ ਵੋਟ ਹੈਗੀ ਆ, ਇਹਨਾਂ ਦਾ ਕੋਈ ਸਿਆਸੀ ਆਧਾਰ ਨਹੀਂ ਆ। ਪਰ ਇਹਦੇ ਨਾਲ ਇੱਕ ਗੱਲ ਕਹਿਣ ਦਾ ਮੌਕਾ ਬੀਜੇਪੀ ਦੇ ਕੁਝ ਆਗੂਆਂ ਨੂੰ ਜ਼ਰੂਰ ਮਿਲਿਆ ਕਿ ਦੇਖੋ ਜੀ, ਪੰਜਾਬ ਦੇ ਲੋਕ ਸਾਡੇ ਕੋਲੋਂ ਨਾਰਾਜ਼ ਨਹੀਂ, ਪੰਜਾਬ ਦੇ ਸਿੱਖ ਸਾਡੇ ਕੋਲੋਂ ਨਾਰਾਜ਼ ਨਹੀਂ, ਤੇ ਉਹਦਾ ਸਬੂਤ ਇਹ ਆ ਵੀ 6 ਜਿਹੜੇ ਸਿੱਖ ਚਿਹਰੇ ਆ ਇਹ ਸਾਡੀ ਪਾਰਟੀ ਦੇ ਵਿੱਚ ਚਾਈਂ ਸ਼ਾਮਲ ਹੋਏ ਆ। ਹੁਣ ਮੰਨਿਆ ਇਹ ਵੀ ਜਾ ਰਿਹਾ ਵੀ ਜਦੋਂ ਮਾਝਾ ਖੇਤਰ ਦੇ ਵਿੱਚ ਬੀਜੇਪੀ ਦੇ ਕੁਝ ਜਿਹੜੇ ਵਿਧਾਇਕ ਆ ਸਾਬਕਾ ਜਾਂ ਮੰਤਰੀ ਆ ਸਾਬਕਾ, ਉਹਨਾਂ ਦੇ ਵੱਲੋਂ ਬਗਾਵਤ ਕੀਤੀ ਗਈ ਹੈ, ਭਾਵੇਂ ਉਹ ਅਨਿਲ ਜੋਸ਼ੀ ਹੋਰੀ ਹੋਣ ਭਾਵੇਂ ਹੋਰ ਹੋਣ, ਪਰ ਉਹਨਾਂ ਦੇ ਬਦਲਦੇ ਰੂਪ ਦੇ ਵਿੱਚ ਸ਼ਾਇਦ ਇਹਨਾਂ ਸਿੱਖ ਚਿਹਰਿਆਂ ਨੂੰ ਮੂਹਰੇ ਕਰਕੇ ਤੇ ਕੁਝ ਦੱਸਣਾ ਚਾਹੁੰਦੀ ਹੋਵੇ ਬੀਜੇਪੀ। ਪਰ ਲੰਘੇ ਕੱਲ੍ਹ ਅਮਿਤ ਸ਼ਾਹ ਤੇ JP ਨੱਡਾ ਦੀ ਪੰਜਾਬ ਦੇ ਬੀਜੇਪੀ ਆਗੂਆਂ ਦੇ ਨਾਲ ਮੀਟਿੰਗ ਵੀ ਹੋਈ ਹੈ। ਇਸ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਕਿ ਆਪਾਂ ਪੰਜਾਬ ਦੇ ਵਿੱਚ ਹੋਰ ਕਰਨਾ ਕੀ ਹੈ। ਬੀਜੇਪੀ ਇਹ ਚਾਹੁੰਦੀ ਹੈ ਕਿ 117 ਸੀਟਾਂ ਅਸੀਂ ਇਕੱਲੇ ਤੌਰ ਦੇ ਉੱਤੇ ਲੜੀਏ, ਪਹਿਲਾਂ ਇਸ ਖਬਰਾਂ ਸੀ, ਪਰ ਹੁਣ ਭਰੋਸੇਯੋਗ ਸੂਤਰੇ ਗੱਲ ਦੱਸਦੇ ਆ ਕਿ ਬੀਜੇਪੀ ਪੰਜਾਬ ਦੇ ਵਿੱਚ ਕਿਸੇ ਧਿਰ ਨਾਲ ਗੱਠਜੋੜ ਕਰਨ ਦੀ ਵੀ ਚਾਹਵਾਨ, ਉਹ ਧਿਰ ਕੋਈ ਲੱਭ ਨਹੀਂ ਰਹੀ। ਉਹਦਾ ਕਾਰਨ ਇਹ ਆ ਵੀ ਅਕਾਲੀ ਦਲ ਦਾ ਬਸਪਾ ਨਾਲ ਗੱਠਜੋੜ ਹੋ ਗਿਆ, ਕਾਂਗਰਸ ਵਿਰੋਧੀ ਪਾਰਟੀ ਮੁੱਖ ਆ ਜਿਹਦੇ ਨਾਲ ਮੁਕਾਬਲਾ ਚੱਲਦਾ, ਆਮ ਆਦਮੀ ਪਾਰਟੀ ਨੇ ਬੀਜੇਪੀ ਨਾਲ ਗੱਠਜੋੜ ਕਰਨਾ ਨਹੀਂ, ਤੇ ਪੰਜਾਬ ਦੇ ਵਿੱਚ ਹੋਰ ਕੀ ਵੱਡੀ ਛੋਟੀ ਧਿਰ ਹੈ ਨਹੀਂ। ਜੇਕਰ ਕੋਈ ਹੋਰ ਛੋਟੀ ਧਿਰ ਹੈਗੀ ਆ ਉਹ ਕੱਲ੍ਹ ਨੂੰ ਬੀਜੇਪੀ ਦੇ ਹੱਕ ਦੇ ਵਿੱਚ ਜੇਕਰ ਜਾਂਦੀ ਹੈ ਤਾਂ ਵੀ ਅੱਜ ਦੇ ਪ੍ਰਸੰਗ ਦੇ ਮੁਤਾਬਕ, ਅੱਜ ਦੀ ਤਰੀਕ ਦੇ ਮੁਤਾਬਕ ਬੀਜੇਪੀ ਨੂੰ ਬਹੁਤਾ ਫਾਇਦਾ ਹੁੰਦਾ ਪ੍ਰਤੀਤ ਨਹੀਂ ਹੁੰਦਾ, ਕਿਉਂਕਿ ਪੰਜਾਬ ਹੈ ਖੇਤੀਬਾੜੀ ਪ੍ਰਧਾਨ ਸੂਬਾ, ਤੇ ਜੇਕਰ ਇਸ ਸੂਬੇ ਦੇ ਵਿੱਚ ਕਿਸਾਨ ਹੀ ਨਿਰਾਸ਼ਾ ਦੇ ਵਿੱਚ ਹੈ ਤੇ ਭਾਵੇਂ ਜਿੰਨੇ ਮਰਜ਼ੀ ਵੱਡੇ ਨੇਤਾ ਪਾਰਟੀ ਆਪਣੇ ਵੱਲ ਖਿੱਚ ਲਵੇ, ਉਹਨਾਂ ਦਾ ਵੀ ਉਵੇਂ ਵਿਰੋਧ ਹੋਣਾ ਜਿਵੇਂ ਪੰਜਾਬ ਦੇ ਵਿੱਚ ਇਸ ਵਕਤ ਹਰਜੀਤ ਗਰੇਵਾਲ ਤੇ ਸੁਰਜੀਤ ਕੁਮਾਰ ਜਿਆਣੀ ਦਾ ਹੋ ਰਿਹਾ। ਸੋ ਜਿਹੜੇ 6 ਸਿੱਖ ਚਿਹਰੇ ਆਏ ਆ ਉਹਨਾਂ ਦਾ ਜ਼ਿਕਰ ਇਹ ਹੈ ਵੀ ਇਹਨਾਂ ਦੇ ਵਿੱਚ ਖਾਲਸਾ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ, ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਦੀ ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਤੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਜਸਵਿੰਦਰ ਸਿੰਘ ਢਿੱਲੋਂ ਆ ਜਿਹੜੇ ਇਹ ਲੰਘੇ ਕੱਲ੍ਹ ਪਾਰਟੀ ਦੇ ਵਿੱਚ ਸ਼ਾਮਲ ਹੋਏ, ਯਾਨੀ ਕਿ ਬੀਜੇਪੀ ਨੂੰ ਇਹਨਾਂ ਨੇ ਜੁਆਇਨ ਕੀਤਾ। ਉਸ ਤੋਂ ਅਗਲੀ ਗੱਲ ਇਹ ਆ ਵੀ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਹਰਿੰਦਰ ਸਿੰਘ ਕਾਹਲੋਂ ਤੇ ਸਾਬਕਾ ਫੈਡਰੇਸ਼ਨ ਆਗੂ ਕੁਲਦੀਪ ਸਿੰਘ ਕਾਹਲੋਂ, ਐਡਵੋਕੇਟ ਜਗਮੋਹਨ ਸਿੰਘ ਸੈਣੀ ਜਿਹੜੇ ਕਿ ਕਿਸਾਨਾਂ ਦੇ ਬੁੱਧੀਜੀਵੀ ਫਰੰਟ ਪਟਿਆਲਾ ਦੇ ਪ੍ਰਧਾਨ ਆ, ਇਹਨਾਂ ਤੋਂ ਇਲਾਵਾ ਨਿਰਮਲ ਸਿੰਘ ਤੇ ਕਰਨਲ ਜੈ ਬੰਸ ਸਿੰਘ ਇਹ ਵੀ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਆ। ਇਹਨਾਂ ਨੂੰ ਬੀਜੇਪੀ ਨੇ ਉਸ ਮੌਕੇ ਦੇ ਉੱਤੇ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਜਿਹੜੇ ਵੇਲੇ ਪੰਜਾਬ ਦੇ ਵਿੱਚ ਬੀਜੇਪੀ ਦੇ ਨੇਤਾਵਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ। ਹਰ ਰੋਜ਼ ਵਿਰੋਧ ਦੀਆਂ ਖਬਰਾਂ ਆਉਂਦੀਆਂ, ਹਰ ਰੋਜ਼ ਕਿਸਾਨਾਂ ਨੂੰ ਦਰਪੇਸ਼ ਚੁਣੌਤੀਆਂ ਵੀ ਹੈ, ਹਰ ਰੋਜ਼ ਬੀਜੇਪੀ ਦੇ ਨੇਤਾਵਾਂ ਨੂੰ ਵੀ ਇਹ ਪ੍ਰਤੀਤ ਹੁੰਦਾ ਵੀ ਇਸ ਰੂਪ ਦੇ ਵਿੱਚ ਆਪਾਂ 2022 ਦੇ ਵਿੱਚ ਕਿਹੜਾ ਕੋਈ ਚਮਤਕਾਰ ਕਰ ਲਾਂਗੇ। ਹੈਰਾਨੀ ਇਸ ਗੱਲ ਦੇ ਉੱਤੇ ਹੁੰਦੀ ਹੈ ਵੀ ਚਲੋ ਸਿੱਖ ਚਿਹਰਿਆਂ ਦੇ ਉੱਤੇ ਆਪਾਂ ਡੋਰੇ ਪਾ ਲਏ। ਹੁਣ ਇਹ ਵੀ ਪਤਾ ਲੱਗ ਰਿਹਾ ਵੀ ਜਿਹੜੇ ਵੱਖ-ਵੱਖ ਪਾਰਟੀਆਂ ਦੇ ਵਿੱਚੋਂ ਬਾਗੀ ਸਿੱਖ ਚਿਹਰੇ ਆ ਜਿਨ੍ਹਾਂ ਦੀ ਸੁਰ ਨਹੀਂ ਮੇਚ ਖਾਂਦੀ, ਉਹਨਾਂ ਨੂੰ ਬੀਜੇਪੀ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਖਿੱਚੂਗੀ ਵੀ ਤੇ ਉਹ ਚਲੇ ਵੀ ਜਾਣਗੇ, ਇਹਦੇ ਵਿੱਚ ਕੋਈ ਦੋ ਰਾਇਆ ਨਹੀਂ, ਕਿਉਂਕਿ ਉਹ ਵੀ ਇਸ ਵਕਤ ਸਿਆਸੀ ਜ਼ਮੀਨ ਪੰਜਾਬ ਦੇ ਵਿੱਚ ਲੱਭ ਰਹੇ ਆ। ਪਰ ਜਿਸ ਪੱਧਰ ਦਾ ਵਿਰੋਧ ਚੱਲ ਰਿਹਾ, ਕੀ ਇਹ ਹੋ ਸਕਦਾ ਕਿ ਜੇਕਰ ਕੇਂਦਰ ਦਾ ਕੋਈ ਮੰਤਰੀ ਅੱਜ ਪੰਜਾਬ ਦੇ ਵਿੱਚ ਆ ਕੇ ਚੋਣ ਲੜਦਾ ਉਹ ਵੀ ਜਿੱਤ ਜਾਊ?
क्योंकि पंजाब दे विच विरोध इस कदर आ, हरियाणे च विरोध इस कदर आ, पश्चिमी बंगाल च विरोध इस कदर आ, राजस्थान के कुछ हिस्से दे विच विरोध इस कदर आ भी जिन्नी देर तक मसले का हल नहीं हुंदागा उन्नी देर तक भावें कोई वड्डा चेहरा लियावे बीजेपी, भावें छोटा चेहरा लियावे, उहदे नाल बहुता कोई फर्क प्रतीत नहीं हुंदा। पर बीजेपी की स्ट्रैटजी की है, RSS की स्ट्रैटजी की है? सवाल ये पैदा हुंदा कि सिख चेहरे अपने वाल खिंचो तो ये प्रभाव पेश करके आपां कि साडे नाल सिख भाईचारा नाराज़ नहीं। हुण आउंदे समय दे विच बीजेपी दे वल्लों ये मुहिम शुरू की जाऊगी कि असीं जी करतारपुर साहब दा लांघा खोलिया, ये भी सिखां दे लई खोलिया। ਅਸੀਂ बहुत सारे होर काम किए, कई ਜਿਹੜੇ 1984 कतलेआम के पीड़ितां नूं इंसाफ दिवाउण की कोशिश की, ये भी असीं सिखां लई कीता। असीं फलाने कार्ज किए, ये भी सिखां दे लई कीते। सो इस वक्त 2022 के मद्देनज़र पंजाब की राजनीति भखी हुई है। बीजेपी इस वक्त सब तो पिछे नज़र आ रही है, पर उहदे वल्लों अगे निकलण दे लई बहुत कुछ किया जा रहा। मेरी कल अनिल जोशी होरां दे नाल जिहड़े कि साबका मंत्री उहनां दे नाल गलबात भी हुई। वो कहने जी भावें किसी नूं भी पार्टी दे विच शामिल कर लिया जाए बीजेपी दे विच, जिन्नी देर तक किसानी मसला हल नहीं हुंदा उन्नी देर तक असीं जितदे नहीं। तो सब तो वड्डा उन्होंने कहा, असीं ट्रेलर देखा पिछलियां चोणां दे विच 98% साडे उम्मीदवारां दीआं जमानतां जब्त होईयां। उन्होंने कहा कि मैं बहुत वार हाई कमान तक भी बेनती की कि किसानी मंगां मन्नियां जाण, पर वो मन के राजी नहीं। सो आउंदे समय दे विच किहड़ा होर पत्ता खेडू बीजेपी? RSS दे वल्लों की नवां फार्मूला घड़िया जाऊ? सिख चेहरिਆਂ ਨੂੰ ਕਿਵੇਂ ਆਪਣੇ ਵਿੱਚ ਸ਼ਾਮਲ ਕਰਕੇ ਕੋਈ ਫਾਇਦਾ ਖੱਟਣ ਦੀ ਕੋਸ਼ਿਸ਼ ਕੀਤੀ ਜਾਊ? ਤੇ ਕੀ ਆਉਂਦੇ ਸਮੇਂ ਦੇ ਵਿੱਚ ਕਿਸਾਨੀ ਮੰਗ ਮੰਨ ਲਈ ਜਾਊਗੀ? ਕੀ ਕਿਸਾਨ ਅੰਦੋਲਨ ਸਮਾਪਤ ਹੋਊਗਾ? ਕੀ ਕਿਸਾਨ ਬੀਜੇਪੀ ਦੇ ਹੱਕ ਦੇ ਵਿੱਚ ਕਦੇ ਭੁਗਤ ਸਕਣਗੇ? ਇਹ ਸਾਰੇ ਸਵਾਲ ਵਕਤ ਦੇ ਗਰਭ ਦੇ ਵਿੱਚ ਲੁਕੇ ਹੋਏ ਆ। ਪਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਆਉਂਦੇ ਕੁਝ ਮਹੀਨਿਆਂ ਦੇ ਵਿੱਚ, ਕਿਉਂਕਿ ਲਗਭਗ 7.5 ਮਹੀਨੇ ਬਾਅਦ ਵੋਟਾਂ ਪੈਣੀਆਂ ਵਿਧਾਨ ਸਭਾ ਦੀਆਂ, ਬਹੁਤ ਕੁਝ ਉਥਲ ਪੁਥਲ ਦੇ ਰੂਪ ਦੇ ਵਿੱਚ ਹੋਊਗਾ। ਅੱਜ ਪੰਜਾਬ ਰਾਜਨੀਤਿਕ ਤੌਰ ਦੇ ਉੱਤੇ ਜਿੱਥੇ ਜੇ ਖੜਾ ਤੇ ਪੰਜਾਬ ਦੇ ਲੋਕ ਖੁਦ ਨੂੰ ਕਿਵੇਂ ਲੁੱਟੇ ਪੱਟੇ ਤੇ बेसहारा महसूस कर रहे हैं, ये बारे आप जानते हैं। जिहदे हत्थ दे विच ताकत हुंदी है वो उस ताकत का इस्तेमाल सिर्फ अपने दियां झोलियां भरन वास्ते करदा, ते जिहड़े बेरोजगार आ वो बेचारे टैंकियां दे उत्ते बहिंदे आ, वो बेचारे डांगा खांदे आ, कुड़ियां दे वाल पट्टे जांदे आ। ते जिहड़े सूबे दे विच जिहड़ी सरकार हुंदी है, वो कहंदे भी साडे जिन्ना चंगा काम कोई नहीं कीता। पर हर वार पंजाब दे लोकां ने वख-वख पार्टियां नूं जिताया, पर आप हार जांदे रहे आ। ऐतकी की होऊगा ये वक्त बयान करूगा। सिर्फ इन्नी जानकारी साझी करनी सी। हुण दिओ आ गया, बहुत बहुत मेहरबानी। देश दुनिया ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇਹਨਾਂ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।